Dear students, good morning to all of you. I hope you are all safe. Welcome to our next video. Keep watching this short and sophisticated video till end to gain more knowledge. Let's start the video. ਆਪਾਂ ਕਰ ਰਹੇ ਸੀ Unit 5 Business Study 2 Chapter 10 ਆਪਾਂ start ਕੀਤਾ ਸੀ Delegation and Decentralization of Authority. Then today's topic ਆਪਾਂ ਕਰਨ ਜਾ ਰਹੇ ਹਾਂ Process or Elements of Delegation. ਵੀ ਕਿਹੜੇ steps through ਵੀ delegation of authority ਆਪਾਂ ਕਰ ਸਕਦੇ ਹਾਂ. then interrelated topics 3 ਜਿਹੜੇ ਆਪਣੇ ਕੋਲ ਆ ਰਹੇ ਆ authority, responsibility and accountability. ਉਹਦੇ ਵਿੱਚ ਸਿਰਫ ਆਪਾਂ ਅੱਜ ਫਸਟ ਕਰਾਂਗੇ authority. ਅਧਿਕਾਰ ਸੌਂਪਣ ਦੇ ਤੱਤ ਜਾਂ ਪ੍ਰਕਿਰਿਆ ਕੀ ਹੈ. ਅਧਿਕਾਰ, ਜ਼ਿੰਮੇਵਾਰੀ ਅਤੇ ਜਵਾਬਦੇਹੀ ਵਿੱਚ ਆਪਾਂ ਓਨਲੀ ਕਰਾਂਗੇ ਅਧਿਕਾਰ. ਸੋ ਟੂਡੇਜ਼ ਟੋਪਿਕ ਸਟਾਰਟ ਕਰਦੇ ਹਾਂ ਪ੍ਰੋਸੈਸ ਔਰ ਐਲੀਮੈਂਟਸ ਆਫ ਡੈਲੀਗੇਸ਼ਨ. ਵੀ ਡੈਲੀਗੇਸ਼ਨ ਦੇ ਕਿਹੜੇ ਸਟੈਪਸ ਹੁੰਦੇ ਨੇ, ਕਿਹੜੀ ਇਸਦੀ ਪ੍ਰਕਿਰਿਆ ਹੁੰਦੀ ਹੈ, ਵੀ ਕਿਹੜੀ ਪ੍ਰਕਿਰਿਆ ਤੋਂ ਗੁਜ਼ਰ ਕੇ ਡੈਲੀਗੇਸ਼ਨ ਆਫ ਅਥਾਰਟੀ ਆਪਾਂ ਕਰ ਸਕਦੇ ਹਾਂ. ਸੋ ਇਸ ਡਾਇਗਰਾਮ ਦੀ ਮਦਦ ਨਾਲ ਓਵਰਵਿਊ ਕਰਦੇ ਹਾਂ. ਫਸਟਲੀ ਕੀ ਕੀਤਾ, ਡਿਟਰਮੀਨੇਸ਼ਨ ਆਫ ਆਬਜੈਕਟਿਵਸ, ਉਦੇਸ਼ਾਂ ਦਾ ਅਨੁਮਾਨ ਲਗਾਇਆ ਜਾਂਦਾ ਕਿਹਦੇ ਵੱਲੋਂ, ਮੈਨੇਜਰ ਵੱਲੋਂ. ਦੂਸਰੇ ਨੰਬਰ 'ਤੇ ਕੀ ਕਰਦੇ ਆ, ਅਸਾਈਨਮੈਂਟਸ ਆਫ ਟਾਸਕ ਐਂਡ ਡਿਊਟੀਜ਼ ਅਸਾਈਨ ਕੀਤੀਆਂ ਜਾਂਦੀਆਂ ਨੇ, ਕੰਮ ਜਾਂ ਕਰਤੱਵ ਸੌਂਪੇ ਜਾਂਦੇ ਨੇ. ਨੰਬਰ 3 'ਤੇ ਗਰੰਟਿੰਗ ਆਫ ਅਥਾਰਟੀ, ਅਤੇ ਉਹਨਾਂ ਜਿਹੜੀਆਂ ਟਾਸਕ ਨੂੰ ਅਸਾਈਨ ਕੀਤਾ ਵਾ ਉਹਨਾਂ ਨੂੰ ਪੂਰਾ ਕਰਨ ਵਾਸਤੇ ਗਰੰਟਿੰਗ ਆਫ ਅਥਾਰਟੀ ਕੀਤੀ ਜਾਂਦੀ ਹੈ. ਦੈਨ ਕੀ ਹੈ, ਕ੍ਰੀਏਸ਼ਨ ਆਫ ਅਕਾਊਂਟੇਬਿਲਿਟੀ ਹੁੰਦੀ ਹੈ, ਮਤਲਬ ਜਵਾਬਦੇਹੀ ਪੈਦਾ ਹੁੰਦੀ ਹੈ. ਸੋ ਫਸਟ ਸਟੈਪ ਪੜ੍ਹਦੇ ਹਾਂ. ਪਹਿਲਾ ਸਟੈਪ ਕੀ ਹੈ, ਡਿਟਰਮੀਨੇਸ਼ਨ ਆਫ ਆਬਜੈਕਟਿਵਸ, ਉਦੇਸ਼ਾਂ ਦਾ ਅਨੁਮਾਨ ਲਗਾਉਣਾ. ਕਿਹਦੇ ਦੁਆਰਾ, ਮੈਨੇਜਰ ਦੁਆਰਾ. ਐਜ਼ ਮੈਨੇਜਰ ਵਿਲ ਡਿਟਰਮਾਈਨ ਵਟ ਹੀ ਵਾਂਟਸ ਟੂ ਅਚੀਵ ਇਨ ਦ ਟਰਮਸ ਆਬਜੈਕਟਿਵ ਆਫ ਦ ਔਰਗਨਾਈਜੇਸ਼ਨ ਬਾਈ ਡੈਲੀਗੇਟਿੰਗ ਦਾ ਅਥਾਰਟੀ. ਵੀ ਫਸਟਲੀ ਕੀ ਹੋਣਾ ਚਾਹੀਦਾ, ਮੈਨੇਜਰ ਨੇ ਕੀ ਚੀਜ਼ ਫਾਈਂਡ ਕਰਨੀ ਹੈ, ਵੀ ਉਹਦਾ ਕੀ ਓਬਜੈਕਟਿਵ ਆ. ਜੇ ਉਹ ਅਥਾਰਟੀ ਡੈਲੀਗੇਟ ਕਰ ਰਿਹਾ ਵਾ ਤਾਂ ਉਸਦਾ ਕੀ ਓਬਜੈਕਟਿਵ ਹੈ, ਇਸ ਦੇ ਪਿੱਛੇ ਉਹ ਕੀ ਚੀਜ਼ ਅਚੀਵ ਕਰਨਾ ਚਾਹੁੰਦੇ ਆ. ਫਸਟਲੀ ਉਹਨਾਂ ਨੇ ਇਹ ਪਤਾ ਕਰਨਾ. ਦੈਨ ਦੂਜਾ ਸਟੈਪ ਕੀ ਹੁੰਦਾ ਵਾ, ਉਹਨਾਂ ਨੇ ਕਰਨਾ ਅਸਾਈਨਮੈਂਟ ਆਫ ਟਾਸਕਸ ਔਰ ਡਿਊਟੀਜ਼. ਦੈਨ ਉਹ ਓਬਜੈਕਟਿਵਸ ਨੂੰ ਅਚੀਵ ਕਰਨ ਵਾਸਤੇ ਉਹਨਾਂ ਨੇ ਅਸਾਈਨਮੈਂਟ ਕਰਨੀ ਹੈ. ਅਸਾਈਨਮੈਂਟ ਮਤਲਬ ਕੰਮ ਦੇਣੇ ਆ. ਟਾਸਕਸ ਔਰ ਡਿਊਟੀਜ਼ ਦੀ ਅਸਾਈਨਮੈਂਟ ਕਰਨੀ ਹੈ ਕਿਹਨਾਂ ਵਿਚਕਾਰ, ਸਬੋਰਡੀਨੇਟਸ ਵਿਚਕਾਰ. ਉਹ ਕਹਿ ਰਿਹਾ ਅਸਾਈਨਮੈਂਟ ਆਫ ਟਾਸਕ ਔਰ ਡਿਊਟੀਜ਼ ਮੀਨਸ a manager define duties or tasks which are to be performed by his subordinates. ਵੀ ਜਿਹੜੇ ਉਹਨੇ ਸਬੋਰਡੀਨੇਟਸ ਜਿਨ੍ਹਾਂ ਨੂੰ ਅਥਾਰਟੀ ਡੈਲੀਗੇਟ ਕਰਨੀ ਆ ਤਾਂ ਉਹਨਾਂ ਨੂੰ ਕਲੀਅਰ ਹੋਣਾ ਚਾਹੀਦਾ ਵੀ ਉਹਨਾਂ ਦੀਆਂ ਕੀ ਡਿਊਟੀਜ਼ ਨੇ, ਉਹਨਾਂ ਦੀਆਂ ਕੀ ਟਾਸਕਸ ਨੇ, ਉਹਨਾਂ ਤੋਂ ਮਤਲਬ ਕੀ ਚੀਜ਼ ਡਿਮਾਂਡ ਕੀਤੀ ਜਾਂਦੀ ਹੈ ਅਤੇ ਕਈ ਚੀਜ਼ ਉਹਨਾਂ ਨੇ ਪਰਫੋਰਮ ਕਰਨੀ ਆ, ਕੀ ਡਿਊਟੀਜ਼ ਉਹਨਾਂ ਦੀਆਂ ਵਾ, ਕੀ ਪਰਫੋਰਮ ਕਰਨਾ ਅਤੇ ਕੀ ਉਹਨਾਂ ਨੇ ਟਾਸਕਸ ਪਰਫੋਰਮ ਕਰਨੇ ਆ. ਹੀ ਟੈਲਸ, ਉਹਨੂੰ ਕਲੀਅਰਲੀ ਉਹਨਾਂ ਨੂੰ ਦੱਸ ਦੇਣਾ ਚਾਹੀਦਾ ਵਾ ਸਬੋਰਡੀਨੇਟਸ ਨੂੰ ਵਟ ਇਜ਼ ਐਕਸਪੈਕਟਡ ਆਫ ਦੈਮ, ਵੀ ਉਹਨਾਂ ਤੋਂ ਕੀ ਐਕਸਪੈਕਟ ਕੀਤਾ ਜਾ ਰਿਹਾ ਵਾ. ਜੇ ਮੈਨੇਜਰਸ ਉਹਨਾਂ ਨੂੰ ਅਥਾਰਟੀ ਡੈਲੀਗੇਟ ਕਰ ਰਹੇ ਨੇ ਤਾਂ ਉਹਨਾਂ ਤੋਂ ਕੀ ਐਕਸਪੈਕਟ ਕਰਕੇ ਉਹ ਅਥਾਰਟੀ ਡੈਲੀਗੇਟ ਕਰ ਰਹੇ ਨੇ. ਇਹ ਮੈਨੇਜਰ ਸ਼ੁੱਡ ਕਲੀਅਰਲੀ ਟੈਲ, ਵੀ ਉਹਨਾਂ ਨੂੰ ਕਲੀਅਰਲੀ ਉਹਨਾਂ ਨੂੰ ਸਾਫ਼ ਕਹਿ ਦੇਣਾ ਚਾਹੀਦਾ ਵਾ ਵਟ ਟਾਸਕ ਟੂ ਪਰਫੋਰਮਡ, ਉਹਨਾਂ ਨੇ ਕਿਹੜੀ ਟਾਸਕ ਪਰਫੋਰਮ ਕਰਨੀ ਹੈ ਅਤੇ ਉਸ ਦੇ ਪਿੱਛੇ ਉਹਦਾ ਓਬਜੈਕਟਿਵ ਕੀ ਹੈ. ਉਹ ਜੇ ਟਾਸਕ ਜਿਹੜੀ ਪਰਫੋਰਮ ਕਰ ਰਿਹਾ ਤਾਂ ਉਸ ਦੇ ਪਿੱਛੇ ਉਹਦਾ ਕੀ ਓਬਜੈਕਟਿਵ ਹੈ. ਦੈਨ ਕੀ ਹੈ, ਓਨਲੀ ਦਾ ਵਰਕ ਆਫ ਰੂਟੀਨ ਨੇਚਰ ਸ਼ੁੱਡ ਬੀ ਅਸਾਈਨਡ, ਜਿਹੜਾ ਵਰਕ ਰੂਟੀਨ ਨੇਚਰ ਦਾ ਉਹੀ ਅਸਾਈਨ ਕੀਤਾ ਜਾਵੇਗਾ. ਬਿਕੋਜ਼ ਜੇ ਆਪਾਂ ਸਪੈਸੀਫਿਕ ਵਰਕ ਕੋਈ ਦੇ ਦਾਂਗੇ ਜਿਹੜਾ ਰੂਟੀਨ ਨੇਚਰ ਵਿੱਚ ਉਹਨਾਂ ਨੇ ਨਹੀਂ ਕੀਤਾ ਹੋਵੇਗਾ ਤਾਂ ਅਥਾਰਟੀ ਡੈਲੀਗੇਸ਼ਨ ਦਾ ਉੱਥੇ ਮੀਨਿੰਗ ਨਹੀਂ ਰਹਿ ਜਾਵੇਗਾ. ਕਿਉਂਕਿ ਜੇ ਉਹ ਮਤਲਬ ਉਹਨਾਂ ਨੇ ਅਥਾਰਟੀ ਵੀ ਡੈਲੀਗੇਟ ਕਰਤੀ ਪਰ ਜੇ ਉਹਨਾਂ ਨੇ ਕੰਮ ਹੀ ਉਹ ਪਹਿਲੀ ਵਾਰ ਦੇਖਿਆ ਹੋਇਆ ਜਾਂ ਉਹ ਕਰਨਾ ਹੋਇਆ ਤਾਂ ਉਹ ਸਹੀ ਤਰੀਕੇ ਨਾਲ ਉਸਨੂੰ ਨਹੀਂ ਕਰ ਸਕਦੇ. ਨੰਬਰ ਸਟੈਪ 3 ਕੀ ਹੈ, ਬਾਅਦ 'ਚ ਆਉਂਦਾ ਗਰੰਟਿੰਗ ਆਫ ਅਥਾਰਟੀ. ਜਿਹੜੇ ਉਹਨਾਂ ਨੂੰ ਅਸਾਈਨਮੈਂਟ ਕੀਤੀਆਂ ਟਾਸਕਸ ਔਰ ਡਿਊਟੀਜ਼ ਪਰਫੋਰਮ ਕਰਨ ਵਾਸਤੇ, ਉਹਨਾਂ ਨੂੰ ਕਰਨ ਵਾਸਤੇ, ਲਾਗੂ ਕਰਨ ਵਾਸਤੇ, ਉਹਨਾਂ ਨੂੰ ਰੀਅਲ ਵਿੱਚ ਕਰਨ ਵਾਸਤੇ ਤਾਂ ਉਹਨਾਂ ਨੂੰ ਅਥਾਰਟੀ ਡੈਲੀਗੇਟ ਕੀਤੀ ਜਾਂਦੀ ਹੈ. ਗਰੰਟਿੰਗ ਆਫ ਅਥਾਰਟੀ ਰੈਫਰਸ ਟੂ ਕੰਫਰਿੰਗ ਦਾ ਮਤਲਬ ਗਿਵ ਆਫ ਰਾਈਟਸ ਟੂ ਦ ਸਬੋਰਡੀਨੇਟਸ, ਨੂੰ ਰਾਈਟ ਦੇਣੇ ਤਾਂ ਕਿ ਕੀ ਕਰ ਸਕਣ ਉਹ, ਟੂ ਯੂਜ਼ ਦਾ ਨਸੈਸਰੀ ਰਿਸੋਰਸਿਸ, ਜਿਹੜੇ ਨਸੈਸਰੀ ਰਿਸੋਰਸਿਸ ਉਹਨਾਂ ਨੂੰ ਟਾਸਕ ਨੂੰ ਪਰਫੋਰਮ ਕਰਨ ਵਾਸਤੇ ਉਹ ਨਸੈਸਰੀ ਰਿਸੋਰਸਿਸ ਯੂਜ਼ ਕਰ ਸਕਣ. ਟੂ ਕੈਰੀ ਆਊਟ ਦਾ ਟਾਸਕ ਅਸਾਈਨ, ਜਿਹੜੀ ਉਹਨਾਂ ਨੂੰ ਟਾਸਕ ਅਸਾਈਨ ਕੀਤੀ ਜਾਂਦੀ ਹੈ ਉਹਨੂੰ ਪੂਰਾ ਕਰਨ ਵਾਸਤੇ ਉਹ ਰਿਸੋਰਸਿਸ ਯੂਜ਼ ਕਰ ਸਕਣ ਅਤੇ ਇਸ ਲਈ ਉਹਨਾਂ ਨੂੰ ਅਥਾਰਟੀ ਡੈਲੀਗੇਟ ਕੀਤੀ ਜਾਂਦੀ ਹੈ. ਜਿਹੜੀ ਅਥਾਰਟੀ ਡੈਲੀਗੇਸ਼ਨ ਹੁੰਦੀ ਹੈ ਕੀ ਕਰਦੀ ਹੈ, ਇਟ ਇਨੇਬਲਸ ਦਾ ਇੰਪਲੋਇਜ਼ ਨੂੰ ਇਹਦੇ ਯੋਗ ਬਣਾ ਦਿੰਦੀ ਹੈ ਐਟ ਵੇਰੀਅਸ ਪੋਜੀਸ਼ਨਸ, ਜਿਵੇਂ ਮੈਨੇਜਰ ਪੋਜੀਸ਼ਨ, ਅਸਿਸਟੈਂਟ ਮੈਨੇਜਰ, ਠੀਕ ਹੈ, ਇੱਦਾਂ ਪੋਜੀਸ਼ਨਸ ਨੂੰ ਇਹ ਇੰਪਲੋਇਜ਼ ਨੂੰ ਅਨੇਬਲ ਕਰ ਦਿੰਦੀ ਹੈ, ਮਤਲਬ ਯੋਗ ਕਰ ਦਿੰਦੀ ਹੈ. ਟੂ ਪਰਫੋਰਮ ਮਤਲਬ ਜਿਹੜੇ ਟਾਸਕ ਉਹਨਾਂ ਨੂੰ ਮਿਲੇ ਉਹਨਾਂ ਨੂੰ ਪਰਫੋਰਮ ਕਰਨ ਦੇ, ਦਾ ਟਾਸਕ ਔਰ ਡਿਊਟੀਜ਼ ਅਸਾਈਨਡ
ਜਿਹੜੀਆਂ ਉਹਨਾਂ ਨੂੰ ਅਸਾਈਨਡ ਕੀਤੀਆਂ ਗਈਆਂ ਡਿਊਟੀਜ਼ ਮਤਲਬ ਦਿੱਤੀਆਂ ਗਈਆਂ ਟਾਸਕ ਦਿੱਤੀਆਂ ਗਈਆਂ ਉਹਨਾਂ ਨੂੰ ਪਰਫੋਰਮ ਕਰਨ ਲਈ ਗਰੰਟਿੰਗ ਅਥੋਰਿਟੀ ਚਾਹੀਦੀ ਹੈ। ਉਹ ਕਹਿੰਦੇ ਦੈਨ ਕੀ ਉਹ ਕਹਿੰਦੇ ਜਿਹੜੇ ਮੈਨੇਜਰ ਆ ਡੈਲੀਗੇਟ ਓਨਲੀ ਅ ਪਾਰਟ ਆਫ ਅਥੋਰਿਟੀ, ਜਿੱਦਾਂ ਪਹਿਲਾਂ ਵੀ ਆਪਾਂ ਡਿਸਕਸ ਕੀਤਾ ਵੀ ਓਨਲੀ ਉਹਨਾਂ ਨੇ ਪਾਰਟ ਹੀ ਵੀ ਡੈਲੀਗੇਟ ਕਰਨਾ, ਕਿਉਂਕਿ ਜੇ ਉਹ ਸਾਰੀ ਡੈਲੀਗੇਟ ਕਰ ਦੇਣਗੇ ਤਾਂ ਫਿਰ ਮੈਨੇਜਰ ਵਿੱਚ ਤਾਂ ਇੰਪਲੋਏ ਵਿੱਚ ਕਿਸ ਤਰ੍ਹਾਂ ਦਾ ਵੀ ਫਰਕ ਨਹੀਂ ਰਹਿ ਜਾਵੇਗਾ। ਸੈਕਿੰਡ ਗੱਲ ਆ ਉਹਨਾਂ ਨੇ ਕੀ ਧਿਆਨ ਰੱਖਣੀ ਹੈ, ਅਥੋਰਿਟੀ ਡੈਲੀਗੇਟਡ ਜਿਹੜੀ ਡੈਲੀਗੇਟ ਕੀਤੀ ਉਹਨਾਂ ਨੇ ਅਥੋਰਿਟੀ ਮਸਟ ਬੀ ਇਕੁਅਲ ਟੂ ਦਾ ਰਿਕੁਆਇਰਮੈਂਟ ਆਫ ਜੋਬ, ਜਿੰਨੀ ਕਿ ਜੋਬ ਉਹਨੂੰ ਜਿਹੜੀ ਕਿ ਜਿੰਨੀ ਕੁ ਡਿਫਰੈਂਟ ਲੈਵਲ ਦੀ ਮਤਲਬ ਉਸਨੂੰ ਜੋਬ ਦਿੱਤੀ ਗਈ ਹੈ ਇੰਪਲੋਇਸ ਨੂੰ ਡਿਫੀਕਲਟ ਲੈਵਲ ਦੀ ਹੈ ਜਾਂ ਕੰਪਲੈਕਸ ਜੋਬ ਆ ਉਸ ਦੇ ਅਕੋਰਡਿੰਗ ਉਸਨੂੰ ਡੈਲੀਗੇਟ ਕਰਨੀ ਚਾਹੀਦੀ ਹੈ ਅਥੋਰਿਟੀ। ਨੰਬਰ 4 'ਤੇ ਕੀ ਹੈ ਸਟੈਪ 4 ਕੀ ਕਹਿ ਰਿਹਾ ਵਾ ਆਪਾਂ ਕ੍ਰੀਏਸ਼ਨ ਆਫ ਅਕਾਊਂਟੇਬਿਲਿਟੀ, ਅਤੇ ਇਸ ਤੋਂ ਬਾਅਦ ਵਿੱਚ ਕੀ ਹੁੰਦਾ ਕ੍ਰੀਏਸ਼ਨ ਆਫ ਅਕਾਊਂਟੇਬਿਲਿਟੀ ਹੁੰਦੀ ਆ। ਅਕਾਊਂਟੇਬਿਲਿਟੀ ਕੀ ਆ, ਅਕਾਊਂਟੇਬਿਲਿਟੀ ਰੈਫਰਸ ਟੂ ਐਨ ਓਬਲਾਈਜੇਸ਼ਨ ਮਤਲਬ ਆਗਿਆ ਦਾ ਮਨਜ਼ੂਰ ਕਰਨਾ ਔਰ ਆਨਸਰੇਬਿਲਿਟੀ ਵੀ ਜਿਹੜੇ ਇੰਪਲੋਇਜ਼ ਨੂੰ ਆਪਾਂ ਕੰਮ ਦਿੱਤਾ ਵਾ ਇੰਪਲੋਇਜ਼ ਨੂੰ ਅਥੋਰਿਟੀ ਡੈਲੀਗੇਟ ਕਰਕੇ ਉਹਨਾਂ ਤੋਂ ਕੰਮ ਲੈ ਰਹੇ ਆ ਤਾਂ ਉਹਨਾਂ ਦੀ ਅਕਾਊਂਟੇਬਿਲਿਟੀ ਹੋਣੀ ਚਾਹੀਦੀ ਹੈ ਸੁਪੀਰੀਅਰਸ ਰਿਗਾਰਡਿੰਗ ਵੀ ਜਿਨ੍ਹਾਂ ਨੇ ਉਹਨਾਂ ਨੂੰ ਕੰਮ ਦਿੱਤਾ ਉਹ ਉਹਨਾਂ ਨੂੰ ਜਵਾਬਦੇਹ ਹੋਣੇ ਚਾਹੀਦੇ ਆ। ਆਨਸਰੇਬਿਲਿਟੀ ਆਫ ਦਾ ਸਬੋਰਡੀਨੇਟਸ ਦੀ ਆਨਸਰੇਬਿਲਿਟੀ ਟੁਵਰਡਸ ਸੁਪੀਰੀਅਰ ਜਿਨ੍ਹਾਂ ਨੇ ਉਹਨਾਂ ਨੂੰ ਡੈਲੀਗੇਟ ਕੀਤੀ ਅਥੋਰਿਟੀ ਆ, ਜਿਨ੍ਹਾਂ ਨੇ ਟਾਸਕ ਅਸਾਈਨਡ ਕੀਤੇ ਗਏ ਆ ਅਥੋਰਿਟੀ ਜਿਹੜੀ ਡੈਲੀਗੇਟ ਕੀਤੀ ਗਈ ਆ। ਦੈਨ ਕਿ ਓਬਲਾਈਜੇਸ਼ਨ ਇਜ਼ ਐਬਸਲਿਊਟ ਆ ਮਤਲਬ ਟਰਾਂਸਫਰ ਨਹੀਂ ਕੀਤੀ ਜਾ ਸਕਦੀ, ਕੈਨ ਨਾਟ ਬੀ ਟਰਾਂਸਫਰਡ। ਜੇ ਮੰਨ ਲਓ ਵੀ ਇੱਕ ਮੈਨੇਜਰ ਨੂੰ ਅਥੋਰਿਟੀ ਡੈਲੀਗੇਟ ਸਬ ਮੈਨੇਜਰ ਨੂੰ ਅਥੋਰਿਟੀ ਡੈਲੀਗੇਟ ਕੀਤੀ ਗਈ ਵੀ ਉਸਨੇ ਇਹ ਕੰਮ ਦਾ ਧਿਆਨ ਰੱਖਣਾ ਵਾ ਅਤੇ ਇਹਦਾ ਮਤਲਬ ਇਹ ਨਹੀਂ ਵੀ ਜੇ ਅਥੋਰਿਟੀ ਉਹਨੂੰ ਅਸਾਈਨ ਕੀਤੀ ਗਈ ਹੈ ਕੰਮ ਨੂੰ ਕਰਨ ਲਈ ਤਾਂ ਉਹ ਹੋਰ ਕਿਸੇ ਵੀ ਮੈਨੇਜਰ ਨੂੰ ਕਹਿ ਸਕਦਾ ਵਾ, ਹੋਰ ਹੈੱਡ ਦੇ ਮੈਨੇਜਰ ਨੂੰ ਕਹਿ ਸਕਦਾ ਵਾ ਵੀ ਤੁਸੀਂ ਉਸ 'ਤੇ ਜਵਾਬ ਦਿਓ। ਦੈਨ ਇਹ ਜਿਹੜੀ ਅਥੋਰਿਟੀ ਡੈਲੀਗੇਟ ਕੀਤੀ ਜਿਹੜੀ ਗਈ ਹੈ ਉਹ ਟਰਾਂਸਫਰ ਨਹੀਂ ਕੀਤਾ ਹੋਊਗਾ, ਉਹਦਾ ਰਾਈਟ ਅਕਾਊਂਟੇਬਿਲਿਟੀ ਉਹਦੀ ਬਣਦੀ ਹੋਵੇਗੀ। ਯਾਨੀ ਕਿ ਸਬੋਰਡੀਨੇਟਸ ਆਰ ਅਕਾਊਂਟੇਬਲ ਟੂ ਹਿਸ ਸੁਪੀਰੀਅਰ ਫॉर ਦ ਕੰਪਲੀਸ਼ਨ ਆਫ ਜੋਬ, ਜਿਹੜੇ ਜੋਬ ਲਈ ਉਹਨਾਂ ਨੂੰ ਅਸਾਈਨ ਕੀਤੇ ਗਏ ਆ ਉਹਦੇ ਰਿਗਾਰਡਿੰਗ ਕੌਣ ਅਕਾਊਂਟੇਬਲ ਆ, ਸਬੋਰਡੀਨੇਟਸ ਆ ਆਪਦੇ ਸੁਪੀਰੀਅਰਸ ਨੂੰ, ਅਤੇ ਸਿਮਿਲਰਲੀ ਜਿਹੜੇ ਸੁਪੀਰੀਅਰ ਹੁੰਦੇ ਆ ਉਹ ਅਕਾਊਂਟਡ ਹੁੰਦੇ ਆ ਆਪਦੇ ਬੌਸ ਨੂੰ। ਇੱਥੇ ਇੱਕ ਚੈਨ ਬਣ ਰਹੀ ਆ ਮਤਲਬ ਜਿਵੇਂ ਟੋਪ ਐਗਜ਼ੀਕਿਊਟਿਵ ਆਫਿਸਰ ਆ ਉਹ ਮੈਨੇਜਰਸ ਨੂੰ ਡੈਲੀਗੇਟ ਕਰ ਰਹੇ ਆ ਅਤੇ ਮੈਨੇਜਰ ਕਿਹਨਾਂ ਨੂੰ ਡੈਲੀਗੇਟ ਸਬ ਮੈਨੇਜਰਸ ਨੂੰ ਡੈਲੀਗੇਟ ਕਰ ਰਹੇ ਆ, ਅਤੇ ਜਿਹੜੇ ਮੈਨੇਜਰਸ ਦੇ ਵੀ ਸੁਪੀਰੀਅਰ ਕਿਹੜੇ ਆ ਟੋਪ ਐਗਜ਼ੀਕਿਊਟਿਵਸ। ਇਸ ਤਰ੍ਹਾਂ ਇਹਨਾਂ ਵਿੱਚ ਸੁਪੀਰੀਅਰ ਹੁੰਦੇ ਆ। ਦਸ ਅਕਾਊਂਟੇਬਿਲਿਟੀ ਕੀ ਕਹਿ ਸਕਦੇ ਆਪਾਂ ਐਂਸ਼ੋਰਸ ਮਤਲਬ ਆਪਾਂ ਨੂੰ ਭਰੋਸਾ ਦਿੰਦੀ ਹੈ ਦ ਪਰਫੋਰਮੈਂਸ ਆਫ ਦਾ ਡੈਲੀਗੇਟਡ ਵਰਕ ਵੀ ਆਪਾਂ ਨੂੰ ਕੀ ਇੰਸ਼ੋਰੈਂਸ ਕਰਦੀ ਆ ਵੀ ਆਪਾਂ ਨੂੰ ਪਰਫੋਰਮੈਂਸ ਪਤਾ ਲੱਗੇ ਜਿਹੜਾ ਡੈਲੀਗੇਟ ਵਰਕ ਕੀਤਾ ਗਿਆ ਵਾ। ਦੈਨ ਦੂਜਾ ਟੋਪਿਕ ਕਰਦੇ ਹਾਂ ਅਥੋਰਿਟੀ ਐਂਡ ਅਥੋਰਿਟੀ ਵਰਸਸ ਪਾਵਰ ਤੋਂ ਕੀ ਭਾਵ ਹੈ। ਅਥੋਰਿਟੀ ਦੇਖੀਏ ਤਾਂ ਅਥੋਰਿਟੀ ਜੇ ਆਪਾਂ ਗੱਲ ਕਰੀਏ ਤਾਂ ਅਧਿਕਾਰ ਕਿਸੇ ਵੀ ਪਰਸਨ ਦਾ ਅਧਿਕਾਰ ਜਿਹੜਾ ਕਿ ਉਸ ਨੂੰ ਮਤਲਬ ਅਹੁਦੇ ਕਰਕੇ ਆਉਂਦਾ ਹੈ। ਅਥੋਰਿਟੀ ਰੈਫਰਸ ਟੂ ਏ ਡਿਗਰੀ ਆਫ ਡਿਸਕ੍ਰੀਸ਼ਨ ਦਾ ਮਤਲਬ ਹੁੰਦਾ ਰਿਸਪੋਂਸੀਬਲ ਹੋ ਕੇ। ਅਥੋਰਿਟੀ ਰੈਫਰਸ ਟੂ ਏ ਡਿਗਰੀ ਆਫ ਡਿਸਕ੍ਰੀਸ਼ਨ ਗਰਾਂਟਡ ਬਾਏ ਏ ਮੈਨੇਜਰ ਵੱਲੋਂ ਜਿਹੜੀ ਗਰਾਂਟ ਕੀਤੀ ਜਾਂਦੀ ਹੈ ਟੂ ਹਿਜ਼ ਸਬੋਰਡੀਨੇਟਸ ਨੂੰ ਗਰਾਂਟ ਕੀਤੀ ਜਾਂਦੀ ਹੈ ਟੂ ਕੰਪਲਿਸ਼ ਦਾ ਅਸਾਈਨਡ ਟਾਸਕ, ਜਿਹੜੇ ਉਹਨਾਂ ਨੂੰ ਟਾਸਕ ਅਸਾਈਨ ਕੀਤੇ ਗਏ ਉਹਨਾਂ ਨੂੰ ਪੂਰਾ ਕਰਨ ਲਈ ਜਿਹੜੀ ਉਹਨਾਂ ਨੂੰ ਡਿਸਕ੍ਰਿਸ਼ਨ ਜਾਂ ਰਿਸਪੋਂਸੀਬਿਲਿਟੀ ਨਾਲ ਕੋਈ ਪਾਵਰ ਦਿੱਤੀ ਜਾਂਦੀ ਹੈ ਤਾਂ ਉਸਨੂੰ ਕੀ ਕਹਿੰਦੇ ਆਪਾਂ ਅਥੋਰਿਟੀ। ਡੈਫੀਨੇਸ਼ਨ ਪੜ੍ਹਦੇ ਹਾਂ ਦੈਨ ਅਕੋਰਡਿੰਗ ਟੂ ਕੂਨਜ਼ ਓਡੋਨਲ ਦੇ ਅਕੋਰਡਿੰਗ ਆਪਾਂ ਡੈਫੀਨੇਸ਼ਨ ਪੜ੍ਹਦੇ ਹਾਂ ਤਾਂ ਕੀ ਆ ਅਥੋਰਿਟੀ ਇਜ਼ ਏ ਲੀਗਲ ਐਂਡ ਰਾਈਟਫੁਲ ਪਾਵਰ ਹੁੰਦੀ ਹੈ। ਲੀਗਲ ਮਤਲਬ ਲਾਅ ਦੇ ਅਨੁਸਾਰ ਜਿਹੜੀ ਲਾਗੂ ਕੀਤੀ ਜਾਂਦੀ ਹੈ। ਜਿਵੇਂ ਆਪਾਂ ਵੇਖੀਏ ਤਾਂ ਆਪਾਂ ਬੋਰਡ ਆਫ ਡਾਇਰੈਕਟਰਸ ਹੁੰਦੇ ਕੰਪਨੀ ਦੇ ਉਹਨਾਂ ਨੂੰ ਲੀਗਲੀ ਤੌਰ 'ਤੇ ਪਾਵਰ ਮਿਲੀ ਹੁੰਦੀ ਹੈ ਕਿਉਂਕਿ ਸਾਰੇ ਇੰਪਲੋਇਜ਼ ਵੱਲੋਂ ਉਹਨਾਂ ਨੂੰ ਚੁਣਿਆ ਜਾਂਦਾ, ਸ਼ੇਅਰ ਹੋਲਡਰਸ ਵੱਲੋਂ ਉਹਨਾਂ ਨੂੰ ਚੁਣਿਆ ਜਾਂਦਾ ਹੁੰਦਾ। ਦੈਨ ਜਿਹੜੀ ਅਥੋਰਿਟੀ ਹੁੰਦੀ ਉਹ ਕਹਿੰਦੇ ਵੀ ਲੀਗਲ ਤੌਰ 'ਤੇ ਮਿਲੀ ਹੁੰਦੀ ਹੈ ਐਂਡ ਰਾਈਟਫੁਲ ਪਾਵਰ ਹੁੰਦੀ ਹੈ ਵੀ ਉਸ ਦਾ ਸਹੀ ਅਧਿਕਾਰ ਹੁੰਦਾ ਉਹ ਪਰਸਨ ਦਾ ਜਿਹਨੂੰ ਅਥੋਰਿਟੀ ਹੋਵੇ। ਐਂਡ ਦੈਨ ਕੀ ਕਹਿੰਦੇ ਆ ਇਹ ਰਾਈਟ ਟੂ ਕਮਾਂਡ ਕਰਨ ਦਾ ਉਹਦੇ ਹੱਕ ਹੁੰਦਾ ਗਾ, ਉਹ ਐਕਸ਼ਨ ਵੀ ਉਹਦੇ ਪ੍ਰਤੀ ਲੈ ਸਕਦਾ ਵਾ ਅਤੇ ਇਹਨੂੰ ਆਪਾਂ ਕਹਿੰਦੇ ਹਾਂ ਅਥੋਰਿਟੀ। ਦੈਨ ਕਰੈਕਟਰਿਸਟਿਕਸ ਕਰਦੇ ਹਾਂ ਅਥੋਰਿਟੀ ਕਿਹੋ ਜਿਹੀ ਚੀਜ਼ ਹੁੰਦੀ ਆ। ਪਹਿਲਾਂ ਕੀ ਹੁੰਦਾ ਜਿਵੇਂ ਆਪਾਂ ਪਿਛਲੀ ਪੜ੍ਹਿਆ ਵਾ ਰਾਈਟ ਟੂ ਕਮਾਂਡ ਕਰਨ ਦੀ ਇਹ ਅਧਿਕਾਰ ਹੁੰਦਾ ਵਾ ਹੱਕ ਹੁੰਦਾ ਵਾ ਅਤੇ ਕੰਟਰੋਲ ਕਰਨਾ ਅਦਰਸ ਨੂੰ। ਦੂਜੇ ਨੰਬਰ 'ਤੇ ਕੀ ਐਕਸਰਸਾਈਜ਼ ਟੂ ਅਟੇਨ ਮਤਲਬ ਪ੍ਰਾਪਤ ਕਰਨਾ ਔਰਗਨਾਈਜੇਸ਼ਨ ਗੋਲਸ, ਜਿਹੜੇ ਇਹ ਐਕਸਰਸਾਈਜ਼ ਕਿਵੇਂ ਕੀਤੀ ਜਾਂਦੀ ਆ ਕਾਹਤੋਂ ਐਕਸਰਸਾਈਜ਼ ਕੀਤੀ ਜਾਂਦੀ ਆ ਔਰਗਨਾਈਜੇਸ਼ਨ ਗੋਲਸ ਨੂੰ ਅਚੀਵ ਕਰਨਾ ਹੈ। ਮੰਨ ਲਓ ਵੀ ਮੈਨੇਜਰ ਅਥੋਰਿਟੀ ਡੈਲੀਗੇਟ ਕਰ ਰਿਹਾ ਵਾ ਜਾਂ ਐਕਸਰਸਾਈਜ਼ ਕਰ ਰਿਹਾ ਵਾ ਆਪਦੀ ਅਥੋਰਿਟੀ ਕਿੰਨਾ ਉੱਪਰ ਸਬ ਮੈਨੇਜਰਸ ਉੱਤੇ, ਤਾਂ ਉਹਦਾ ਉੱਥੇ ਓਬਜੈਕਟਿਵ ਕੀ ਆ ਔਰਗਨਾਈਜੇਸ਼ਨ ਗੋਲਸ ਨੂੰ ਅਚੀਵ ਕਰਨਾ ਉਹਦਾ ਓਬਜੈਕਟਿਵ ਆ।
ਨੰਬਰ 3 'ਤੇ ਕੀ ਜਿਹੜੀ ਅਥੋਰਿਟੀ ਹੁੰਦੀ ਹੈ ਇਹ ਆਪਾਂ ਨੂੰ ਭਰੋਸਾ ਦਿਵਾਉਂਦੀ ਹੈ, ਇੰਸ਼ੋਰੈਂਸ ਕਰਦੀ ਹੈ, ਭਰੋਸਾ ਦਿਵਾਉਂਦੀ ਹੈ ਵੀ ਜਿਹੜੇ ਆਪਣੇ ਔਡਰਸ ਅਤੇ ਇੰਸਟਰਕਸ਼ਨ ਦਿੱਤੇ ਗਏ ਆ ਉਹਨਾਂ ਦਾ ਕੰਪਲਾਇੰਸ ਹੋਵੇਗਾ, ਮਤਲਬ ਉਹ ਜਿਹੜੇ ਇੰਪਲੋਇਜ਼ ਉਹਨਾਂ ਵੱਲੋਂ ਮੰਨੇ ਜਾਣਗੇ। ਨੰਬਰ 4 'ਤੇ ਕੀ ਹੈ ਇਟ ਓਰੀਜੀਨੇਟਸ ਮਤਲਬ ਕਿੱਥੋਂ ਪੈਦਾ ਹੁੰਦੀ ਹੈ, ਲਾਅ ਤੋਂ ਵੀ ਪੈਦਾ ਹੁੰਦੀ, ਜਿਵੇਂ ਆਪਾਂ ਬੋਰਡ ਆਫ ਡਾਇਰੈਕਟਰਸ ਦਾ ਦੇਖਿਆ ਸੀ, ਕੋਈ ਲੀਗਲੀ ਤੌਰ 'ਤੇ ਉਹਨਾਂ ਕੋਲ ਪਾਵਰ ਆਉਂਦੀ ਆ। ਕਸਟਮ ਮਤਲਬ ਰੀਤੀ ਰਿਵਾਜ਼ਾਂ ਕਰਕੇ ਵੀ ਆਉਂਦੀ ਆ, ਜਿਵੇਂ ਆਪਾਂ ਕਿੰਗ ਵੇਖੀਏ ਤਾਂ ਕਿੰਗ ਕੋਲ ਜਿਹੜੀ ਪਾਵਰ ਹੁੰਦੀ ਹੈ ਰੀਤੀ ਰਿਵਾਜ਼ਾਂ ਕਰਕੇ ਆਉਂਦੀ ਹੈ। ਐਕਸੈਪਟੈਂਸ ਬਾਈ ਫੋਲੋਅਰਸ ਮੀਨਸ ਜਿਵੇਂ ਲੀਡਰਸ, ਜਦੋਂ ਮਤਲਬ ਕਿਸੇ ਪਰਸਨ ਦੀ ਐਕਸੈਪਟੈਂਸ ਕੀਤੀ ਜਾਂਦੀ ਹੈ ਉਹਦੇ ਫੋਲੋਅਰਸ ਵੱਲੋਂ ਤਾਂ ਉਸ ਕੋਲ ਆਪਣੇ ਆਪ ਅਥੋਰਿਟੀ ਆ ਜਾਂਦੀ ਹੈ। ਦੈਨ ਕੀ ਹੈ ਡੈਲੀਗੇਟਡ ਡਾਊਨਵਰਡ ਨੂੰ ਡੈਲੀਗੇਟ ਕੀਤੀ ਜਾਂਦੀ ਹੈ, ਕਿਉਂਕਿ ਸੁਪੀਰੀਅਰ ਜੇ ਉੱਪਰ ਨੂੰ ਆਪਾਂ ਕਰਾਂਗੇ ਤਾਂ ਸੁਪੀਰੀਅਰਸ ਨੂੰ ਆਪਾਂ ਡੈਲੀਗੇਟ ਅਥੋਰਿਟੀ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਕੋਲ ਅਥੋਰਿਟੀ ਆਟੋਮੈਟਿਕਲੀ ਹੈ, ਉਹਨਾਂ ਕੋਲ ਆਲਰੇਡੀ ਅਥੋਰਿਟੀ ਹੈ। ਤਾਂ ਅਥੋਰਿਟੀ ਇਸ ਲਈ ਉੱਪਰੋਂ ਹੀ ਡੈਲੀਗੇਟ ਕੀਤੀ ਜਾਵੇਗੀ, ਜਿਵੇਂ ਚੀਫ ਐਗਜ਼ੀਕਿਊਟਿਵ ਅਫਸਰ ਮੈਨੇਜਰਸ ਨੂੰ ਡਿਫਾਈਨ ਕਰਨਗੇ, ਅਥੋਰਿਟੀ ਡੈਲੀਗੇਟ ਕਰਨਗੇ, ਦੈਨ ਉਹ ਸਬ ਮੈਨੇਜਰਸ ਨੂੰ ਵਰਕ। ਦੈਨ 6 ਨੰਬਰ 'ਤੇ ਇਟ ਇਜ਼ ਅ ਕਮਾਂਡਿੰਗ ਫੋਰਸ ਫॉर द ਬਾਈਂਡਿੰਗ ਡਿਫਰੈਂਟ ਇੰਡੀਵਿਜੂਅਲਸ। ਇਹ ਇੱਕ ਕਮਾਂਡਿੰਗ ਫੋਰਸ ਹੁੰਦੀ, ਮਤਲਬ ਕਮਾਂਡ ਇਹਦੇ ਵਿੱਚ ਕੀਤੀ ਜਾਂਦੀ ਹੈ ਟੂ ਫੋਰਸ। ਕਮਾਂਡਿੰਗ ਫੋਰਸ ਹੁੰਦੀ ਹੈ ਇੱਕ ਹਿਸਾਬ ਨਾਲ ਬਲ ਹੁੰਦਾ ਵਾ ਕਮਾਂਡ ਕਰਨ ਦਾ ਫੋਰਸ, ਤਾਂ ਕਿ ਹੋ ਸਕਣ ਵੀ ਡਿਫਰੈਂਟ ਜਿਹੜੇ ਇੰਡੀਵਿਜੂਅਲਸ ਆ ਉਹਨਾਂ ਨੂੰ ਬਾਈਂਡ ਕੀਤਾ ਜਾ ਸਕੇ, ਆਪਣੇ ਮਤਲਬ ਅੰਡਰ ਕੀਤਾ ਜਾ ਸਕੇ, ਉਹਨਾਂ ਨੂੰ ਆਰਡਰਸ ਦਿੱਤੇ ਜਾਣ। ਨੰਬਰ 7 'ਤੇ ਇਹਦਾ ਫੀਚਰ ਕੀ ਹੁੰਦਾ ਐਕਸਰਸਾਈਜ਼ ਥਰੂ, ਕਿਹਦੇ ਦੁਆਰਾ ਐਕਸਰਸਾਈਜ਼ ਕੀਤੀ ਜਾਂਦੀ ਹੈ ਪਰਸੂਏਸ਼ਨ ਮਤਲਬ ਵੇ ਆਫ ਥਿੰਕਿੰਗ। ਇੱਕ ਰਿਸਪੋਂਸੀਬਲ ਸਿਟੀਜ਼ਨ ਬਣ ਕੇ, ਇੱਕ ਰਿਸਪੋਂਸੀਬਲ ਜਿਹੜਾ ਲੀਡਰ ਬਣ ਕੇ ਇਹ ਐਕਸਰਸਾਈਜ਼ ਕੀਤੀ ਜਾਂਦੀ ਹੈ। ਅਤੇ ਸੈਂਕਸ਼ਨਸ ਮੀਨਸ ਜਿਹੜੇ ਲੀਗਲ ਤੌਰ 'ਤੇ ਜਿਹੜੀਆਂ ਆਪਾਂ ਨੂੰ ਮਨਜ਼ੂਰੀਆਂ ਮਿਲਦੀਆਂ ਉਹਨਾਂ ਦੁਆਰਾ ਕੀਤੀ ਜਾਂਦੀ ਹੈ। ਜਿਵੇਂ ਮੰਨ ਲਓ ਵੀ ਆਪਾਂ ਬੋਰਡ ਆਫ ਡਾਇਰੈਕਟਰਸ ਦੀ ਗੱਲ ਕਰੀਏ ਤਾਂ ਉਹ ਕਿਵੇਂ ਐਕਸਰਸਾਈਜ਼ ਕਰ ਸਕਦੇ ਆ ਆਪਣੀਆਂ ਪਾਵਰਸ, ਜਾਂ ਅਥੋਰਿਟੀ ਨੂੰ ਐਕਸਰਸਾਈਜ਼ ਕਿਵੇਂ ਕਰ ਸਕਦੇ ਆ ਜੇ ਉਹਨਾਂ ਨੂੰ ਲੀਗਲ ਤੌਰ 'ਤੇ ਅਥੋਰਿਟੀ ਕੋਈ ਮਿਲੀ ਹੈ। ਸੈਂਕਸ਼ਨਸ ਬਾਕੀ ਤਰ੍ਹਾਂ ਦੇ ਲੀਗਲ ਫਾਰਮੈਲਿਟੀਜ਼ ਪੂਰੀ ਕਰਕੇ ਉਹ ਸੈਂਕਸ਼ਨ ਕਰ ਸਕਦੇ। ਦੈਨ ਲਾਸਟ 'ਤੇ ਆਪਾਂ ਡਿਫਰੈਂਸ ਕਰਨ ਜਾ ਰਹੇ ਹਾਂ ਅਥੋਰਿਟੀ ਐਂਡ ਪਾਵਰ ਦਾ। ਅਥੋਰਿਟੀ ਅਧਿਕਾਰ ਅਤੇ ਸ਼ਕਤੀ ਵਿੱਚ ਕੀ ਡਿਫਰੈਂਸ ਹੁੰਦਾ ਹੈ। ਬੇਸਿਸ ਫਸਟ ਆਪਾਂ ਡਿਫਰੈਂਸ ਕਰਦੇ ਹਾਂ ਨੇਚਰ ਵੀ ਇਹਦੀ ਪ੍ਰਕਿਰਤੀ ਕਿਹੋ ਜਿਹੀ ਹੁੰਦੀ ਹੈ, ਅਥੋਰਿਟੀ ਕਿਸ ਤਰ੍ਹਾਂ ਦੀ ਚੀਜ਼ ਹੈ ਅਤੇ ਪਾਵਰ ਕਿਸ ਤਰ੍ਹਾਂ ਦੀ ਚੀਜ਼ ਹੁੰਦੀ ਹੈ। ਜਿਹੜੀ ਅਥੋਰਿਟੀ ਹੁੰਦੀ ਹੈ ਇਟਸ ਅ ਰਾਈਟ ਟੂ ਕਮਾਂਡ, ਇਹ ਕਮਾਂਡ ਕਰਨ ਦਾ ਰਾਈਟ ਆ, ਐਂਡ ਕੰਟਰੋਲ ਦਾ ਸਬੋਰਡੀਨੇਟਸ ਟੂ ਸਿਕਿਉਰ ਕੰਪਲਾਇੰਸ। ਇਹ ਕੀ ਹੁੰਦਾ ਇਟ ਇਜ਼ ਅ ਰਾਈਟ ਟੂ ਕਮਾਂਡ ਕਰਨ ਦਾ ਹੀ ਰਾਈਟ ਹੁੰਦਾ ਵਾ, ਹੱਕ ਹੁੰਦਾ ਵਾ, ਅਤੇ ਕੰਟਰੋਲ ਕਰਨ ਦਾ ਸਬੋਰਡੀਨੇਟਸ ਨੂੰ। ਟੂ ਸਿਕਿਉਰ ਕੰਪਲਾਇੰਸ ਦਾ ਮਤਲਬ ਕੀ ਆ ਵੀ ਉਹ ਆਪਣੇ ਆਰਡਰਸ ਨੂੰ ਮੰਨਣ, ਇਸ ਲਈ ਜਿਹੜੇ ਕੰਪਲਾਇੰਸ ਆ ਵੀ ਉਹ ਆਪਣੀ ਮਨਜ਼ੂਰੀ ਵਿੱਚ ਰਹਿਣ, ਤਾਂ ਉਸ ਕੀ ਚੀਜ਼ ਸਿਕਿਉਰ ਕਰਨ ਵਾਸਤੇ ਅਥੋਰਿਟੀ ਵੀ ਡੈਲੀਗੇਟ ਕੀਤੀ ਜਾਂਦੀ ਹੈ। ਦੈਨ ਦੂਜੇ ਨੰਬਰ ਇੱਧਰ ਔਨ ਦਾ ਅਦਰ ਹੈਂਡ ਕੀ ਕਹਿ ਸਕਦੇ ਆਪਾਂ ਪਾਵਰ ਕੀ ਹੁੰਦਾ ਇਟ ਇਜ਼ ਅ ਕਪੈਸਿਟੀ ਟੂ ਇਨਫਲੂਐਂਸ ਦਾ ਬਿਹੇਵੀਅਰ ਆਫ ਅਦਰਸ ਦੇ ਬਿਹੇਵੀਅਰ ਨੂੰ ਇਨਫਲੂਐਂਸ ਕਰਨ ਵਾਸਤੇ ਜਿਹੜੀ ਚੀਜ਼ ਹੁੰਦੀ ਹੈ ਉਹ ਹੁੰਦੀ ਆ ਜਿਹੜੀ ਉਹ ਆਪਣੇ ਕੋਲ ਸ਼ਮਤਾ ਹੁੰਦੀ ਹੈ, ਕਪੈਸਿਟੀ ਹੁੰਦੀ ਹੈ, ਤਾਂ ਉਸਨੂੰ ਕੀ ਕਿਹਾ ਜਾਂਦਾ ਹੁੰਦਾ ਜਿਵੇਂ ਪਾਵਰ। ਜੇ ਫੋਰ ਐਗਜ਼ਾਮਪਲ ਆਪਾਂ ਕਰੀਏ ਜੇ ਮਤਲਬ ਆਪਣੇ ਲੋਕਲ ਗਵਰਨਮੈਂਟ ਹੁੰਦੀ ਉਹ ਟੈਕਸ ਕਲੈਕਟ ਕਰਨ ਦੀ ਉਹਨਾਂ ਕੋਲ ਪਾਵਰ ਹੁੰਦੀ ਹੈ, ਤਾਂ ਉਹ ਕੀ ਕਰ ਰਹੇ ਆ ਅਦਰ ਲੋਕਾਂ ਜਿਹੜੇ ਬਿਹੇਵੀਅਰਸ ਆ ਉਹਨਾਂ ਨੂੰ ਅਫੈਕਟ ਕਰ ਰਹੇ ਨੇ। ਦੈਨ ਦੂਜੇ ਨੰਬਰ 'ਤੇ ਡਿਫਰੈਂਸ ਆ ਰਿਹਾ ਵੀ ਡੈਲੀਗੇਸ਼ਨ ਵੀ ਕਿਹੜੀ ਟਰਾਂਸਫਰ ਕੀਤੀ ਜਾ ਸਕਦੀ ਹੈ, ਡੈਲੀਗੇਟ ਕੀਤੀ ਜਾ ਸਕਦੀ, ਕਿਹੜੀ ਨਹੀਂ ਕੀਤੀ ਜਾ ਸਕਦੀ। ਜਿਹੜੀ ਅਥੋਰਿਟੀ ਹੈ ਉਹ ਪਾਰਟ ਵਿੱਚ ਡੈਲੀਗੇਟ ਕੀਤੀ ਜਾ ਸਕਦੀ ਹੈ, ਬਟ ਪਾਵਰ ਕਦੇ ਵੀ ਡੈਲੀਗੇਟ ਨਹੀਂ ਹੋਵੇਗੀ, ਮਤਲਬ ਇਸ ਨੂੰ ਡੈਲੀਗੇਟ ਆਪਾਂ ਨਹੀਂ ਕਰ ਸਕਦੇ। ਮੰਨ ਲਓ ਵੀ ਜੇ ਸਰਕਾਰ ਕੋਲ ਪਾਵਰ ਆ ਕਿਸੇ ਕੰਮ ਨੂੰ, ਮੰਨ ਲਓ ਉਹਨਾਂ ਨੂੰ ਟੈਕਸ ਕਲੈਕਟ ਕਰਨ ਦੀ ਪਾਵਰ ਆ, ਤਾਂ ਸਰਕਾਰ ਉਹ ਪਾਵਰ ਕਿਸੇ ਵੀ ਪ੍ਰਾਈਵੇਟ ਸੈਕਟਰ ਨੂੰ ਨਹੀਂ ਦੇਊਗੀ, ਨਾ ਹੀ ਹੋਰ ਕਿਸੇ ਨੂੰ ਵੀ ਟਰਾਂਸਫਰ ਕਰੂਗੀ। ਨੰਬਰ 3 'ਤੇ ਕੀ ਹੈ ਸਟੇਟਸ ਮਤਲਬ ਕੀ ਹੁੰਦਾ ਅਹੁਦਾ, ਠੀਕ ਹੈ। ਅਥੋਰਿਟੀ ਕਿਵੇਂ ਹੁੰਦੀ ਹੈ ਇਟ ਇਜ਼ ਕ੍ਰੀਏਟਡ, ਕਿਵੇਂ ਜਨਮ ਇਹਦਾ ਪੈਦਾ ਹੁੰਦਾ ਵਾ ਬਾਏ ਅਫੀਸ਼ੀਅਲ ਸਟੇਟਸ ਆਫ ਇੰਡੀਵਿਜੂਅਲ। ਜਿਹੜਾ ਇੰਡੀਵਿਜੂਅਲ ਹੁੰਦਾ ਜਿਸ ਕੋਲ ਅਥੋਰਿਟੀ ਹੁੰਦੀ ਆ ਅਤੇ ਅਫੀਸ਼ੀਅਲ ਸਟੇਟਸ ਤੋਂ ਇਹ ਕ੍ਰੀਏਟ ਕੀਤੀ ਜਾਂਦੀ ਹੈ। ਫੋਰ ਐਗਜ਼ਾਮਪਲ ਮੈਨੇਜਰ ਕੋਈ ਮਤਲਬ ਉਹਦੇ ਕੋਲ ਆਪਦੀ ਜੋਬ ਹੈ ਇੱਕ ਹਿਸਾਬ ਨਾਲ, ਅਫੀਸ਼ੀਅਲ ਉਹਦਾ ਸਟੇਟਸ ਹੈ, ਬੋਰਡ ਆਫ ਡਾਇਰੈਕਟਰਸ ਉਹਨਾਂ ਦਾ ਅਫੀਸ਼ੀਅਲ ਸਟੇਟਸ ਹੈ, ਤਾਂ ਇਹ ਅਥੋਰਿਟੀ ਮਤਲਬ ਉੱਥੇ ਕ੍ਰੀਏਟ ਕੀਤੀ ਜਾਂਦੀ ਹੈ। ਦੈਨ ਔਨ ਦਾ ਅਦਰ ਹੈਂਡ ਕੀ ਇਟ ਇਜ਼ ਕ੍ਰੀਏਟਡ, ਕਿਵੇਂ ਕ੍ਰੀਏਟ ਕੀਤੀ ਜਾਂਦੀ ਹੈ ਬਾਏ ਪਰਸਨਸ ਕੁਆਲਿਟੀਜ਼, ਪਰਸਨਲ ਕੁਆਲਿਟੀਜ਼ ਪਰਸਨ ਦੀਆਂ ਨੂੰ ਦੇਖ ਕੇ, ਕੁਆਲਿਟੀਜ਼ ਜਾਂ ਐਬਿਲਿਟੀਜ਼ ਨੂੰ ਦੇਖ ਕੇ। ਮੰਨ ਲਓ ਇਹਦੀ ਆਪਾਂ ਐਗਜ਼ਾਮਪਲ ਲੈਣੀ ਹੈ ਇੱਕ ਰਨਰ ਦੀ, ਜੇ ਕੋਈ ਪਰਸਨ ਦਾ ਮਤਲਬ ਪਾਵਰ ਕਿਸੇ ਪਰਸਨ ਕੋਲ ਪਾਵਰ ਹੈ ਵੀ ਉਹ 5 ਮੀਲ ਭੱਜ ਸਕਦਾ ਹੈ, ਤਾਂ ਇਹ ਉਸ ਦੀਆਂ ਪਰਸਨਲ ਕੁਆਲਿਟੀਜ਼ ਐਂਡ ਐਬਿਲਿਟੀਜ਼ ਕਰਕੇ ਉਹਦੇ ਵਿੱਚ ਇਹ ਪਾਵਰ ਆਈ ਹੈ। ਨੰਬਰ
ਲਾਸਟ ਆਪਾਂ ਡਿਫਰੈਂਸ ਕਰ ਰਹੇ ਹਾਂ ਫਲੋ, ਵੀ ਕਿੱਦਾਂ ਇਹ ਜਿਹੜੀ ਅਥੋਰਿਟੀ ਕਿਵੇਂ ਫਲੋ ਕਰਦੀ ਹੈ ਅਤੇ ਜਿਹੜੀ ਪਾਵਰ ਕਿਵੇਂ ਫਲੋ ਕਰਦੀ ਹੈ। ਜਿਹੜੀ ਇਹ ਹਮੇਸ਼ਾ ਡਾਊਨਵਰਡ ਫਲੋ ਕਰਦੀ ਹੈ, ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤਾ ਸੀਗਾ, ਮੈਨੇਜਰਸ ਕਿਹਨਾਂ ਨੂੰ ਡੈਲੀਗੇਟ ਕਰਨਗੇ, ਸਬ ਮੈਨੇਜਰ ਨੂੰ, ਸਬ ਮੈਨੇਜਰਸ ਕਿਹਨਾਂ ਨੂੰ, ਫੋਰਮੈਨਸ ਨੂੰ ਅਤੇ ਸੁਪਰਵਾਈਜ਼ਰਸ ਨੂੰ। ਦੈਨ ਇਹ ਦੱਸ ਰਿਹਾ ਕਿ ਜਿਹੜੀ ਕੀ ਹੈ ਫਲੋ ਇਨ ਆਲ ਡਾਇਰੈਕਸ਼ਨਸ, ਇਹ ਹਰੇਕ ਡਾਇਰੈਕਸ਼ਨ ਵਿੱਚ ਫਲੋ ਕਰਦੀ ਹੈ। ਫੋਰ ਐਗਜ਼ਾਮਪਲ ਆਪਾਂ ਵੇਖੀਏ ਤਾਂ ਪਾਵਰ ਆਫ ਅਟੋਰਨੀ, ਪਾਵਰ ਅਟੋਰਨੀ ਦਾ ਮਤਲਬ ਕਿ ਇੱਕ ਡਾਕੂਮੈਂਟ ਹੁੰਦਾ ਵਾ ਜਿਹੜਾ ਕਿ ਮੰਨ ਲਓ ਵੀ ਕਿਸੇ ਵੀ ਪਰਸਨ ਕੋਲੋਂ ਡਾਕੂਮੈਂਟ ਆ ਤਾਂ ਉਹ ਕੀ ਸ਼ੋਅ ਕਰਦਾ ਡਾਕੂਮੈਂਟ, ਵੀ ਉਹ ਪਰਸਨ ਉਸ ਜ਼ਮੀਨ ਜਾਂ ਜਾਇਦਾਦ ਦਾ ਮਾਲਕ ਹੋਵੇਗਾ। ਜਿਹੜਾ ਮੰਨ ਲਓ ਵੀ ਕੋਈ ਵੀ ਪਰਸਨ ਜਿਹੜਾ ਅਸਲੀ ਵਿੱਚ ਉਸ ਚੀਜ਼ ਦਾ ਹੱਕਦਾਰ ਹੈ, ਤਾਂ ਜੇ ਉਹ ਉਸ ਤੋਂ ਵੀ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਕਰਕੇ ਕਿਸੇ ਪਰਸਨ ਨੇ ਸਿਗਨੇਚਰ ਕਰਵਾ ਲਏ, ਤਾਂ ਜਿਹੜੇ ਡਾਕੂਮੈਂਟ ਪਾਵਰ ਆਫ ਅਟੋਰਨੀ ਦੀ ਪਾਵਰ ਹੁੰਦੀ ਹੈ, ਉਹ ਪਰਸਨ ਜਿਹਦੇ ਕੋਲ ਵੀ ਉਹ ਡਾਕੂਮੈਂਟ ਹੋਣਗੇ ਤਾਂ ਉਹ ਕੀ ਹੋਵੇਗਾ, ਉਸ ਦਾ ਮਾਲਕ ਮੰਨਿਆ ਜਾਵੇਗਾ। So guys, thanks for watching. At the end, share, comment, like the video, and don't forget to subscribe our channel. Stay home, stay safe. Thank you. Have a nice day ahead.